सत श्री अकाल जी। टीवी पंजाब ਲਈ मैं दवी दविंदर कौर। साल 1984 जो पंजाब ਲਈ बहुत उथल पुथल वाला साल सी। इस तो पहला ਅਤੇ बाद तक भी पंजाब दुखदा रहा, पर अक्तूबर ਅਤੇ नवंबर ਦੇ शुरू ਦੇ दिन 1984 पंजाब ਲਈ ही नहीं पूरे मुल्क ਵਿੱਚ वसदे ਅਤੇ दुनिया भर ਵਿੱਚ वसदे सिखां ਲਈ बहुत दुखदाई सन, पीड़ादाई सन। 31 अक्तूबर 1984 ਨੂੰ उस वेले दी मुल्क दी प्रधानमंत्री श्रीमती इंदिरा गांधी ਨੂੰ उन्हां दे अंग रक्षकां ने गोलियां मार के मार दिता। यह एक वड्डी घटना सी कि मुल्क दी प्रधानमंत्री दा इंज चले जाना, पर इस गुनाह दी सज़ा सारे सिख भाईचारे नूं दित्ती गई। भारत भर विच वसदे सिखां नूं इस दी बहुत बुरी सज़ा दित्ती गई, क्योंकि वह अंग रक्षक सिख सन। उस वेले जो दिल्ली, कानपुर, इंदौर अते बिहार वाले पासे कुछ शहरां विच जो हिंसा दा तांडव नाच होया, वह अज तक लोकां नूं याद है। रीढ़ दी हड्डी विचों सीत लहर लंघ जाती है जे उन्हां घटनावां नूं चेते करिए ते जिन्हां नाल ओह वापरी होएगी, ओह किन्ने खौफजदा होए होणगे इस आज़ाद मुल्क विच, जमहूरी मुल्क विच। इस सिलसिले विच एक किताब मेरे सामने आई 31 अक्तूबर डॉक्टर जतिंदर कौर होरां दी लिखी हुई पुस्तक है। ओह उस वेले 17 कुछ वरियां दे सन अते शायद +2 दे विद्यार्थी होणगे उम्र दे मुताबिक। दिल्ली विच उन्हां ने यह हिंसा अखीं देखी। 31 अक्तूबर नूं उन्हां दा जन्मदिन सी अते जन्मदिन वाले दिन खुशी खुशी तुरे फिरदे होणगे एक मुटियार कि मैं अज मेरा जन्मदिन है, अज मेरा चंगा दिन है। पर उस दिन तो शुरू होया हिंसा दा सिलसिला किन्ने दिन चलिया ते किन्ना लंबा समा चलिया, अते जिन्हां ने वो हिंसा झल्ली, ਉਹ ਹਿੰਸਾ ਉਹਨਾਂ ਦੇ ਅੰਦਰ ਮਨਾਂ ਵਿੱਚ, ਮਸਤਕਾਂ ਵਿੱਚ ਹਾਲੇ ਵੀ ਹਨੇਰੀ ਵਾਂਗ ਝੁੱਲ ਰਹੀ ਹੋਏਗੀ। ਤੇ ਜਤਿੰਦਰ ਕੌਰ ਹੋਰਾਂ ਨੇ ਕਿਤਾਬ ਲਿਖੀ 31 ਅਕਤੂਬਰ। ਅੱਜ ਅਸੀਂ ਆਪਣੇ ਸਟੂਡੀਓ ਵਿੱਚ ਜਤਿੰਦਰ ਕੌਰ ਹੋਰਾਂ ਨਾਲ ਹੀ ਗੱਲਬਾਤ ਕਰਦੇ ਹਾਂ। ਜਤਿੰਦਰ ਕੌਰ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਤਿੰਦਰ ਕੌਰ ਜੀ, ਤੁਸੀਂ ਆਪਣੇ ਬਾਰੇ ਦੱਸੋਗੇ ਕਿ ਉਦੋਂ ਤੁਸੀਂ 16-17 ਸਾਲਾਂ ਦੇ ਹੋਵੋਗੇ ਸ਼ਾਇਦ ਜਦੋਂ ਇਹ ਘਟਨਾਵਾਂ ਘਟੀਆਂ 31 ਅਕਤੂਬਰ 1984। ਹਾਂਜੀ, ਉਸ ਵੇਲੇ ਜਿਵੇਂ ਕਿ ਮੈਂ ਦੱਸਿਆ ਕਿ ਮੇਰਾ 17ਵਾਂ ਜਨਮ ਦਿਨ ਸੀਗਾ ਜੀ ਜੀ। ਤੇ ਜਿਵੇਂ ਉਹ 17 ਸਾਲ ਦੀ ਮੁਟਿਆਰ ਵਾਂਗ ਮੈਨੂੰ ਬਹੁਤ ਚਾਅ ਸੀਗਾ ਕਿ ਅਗਲੇ ਦਿਨ ਮੇਰਾ 30 ਅਕਤੂਬਰ ਵਾਲੇ ਦਿਨ ਮੈਨੂੰ ਬਹੁਤ ਚਾਅ ਸੀਗਾ ਕਿ ਅਗਲੇ ਦਿਨ ਮੇਰਾ ਜਨਮ ਦਿਨ ਹੈ। ਤੇ ਦੂਜਾ ਇੱਕ ਚਾਅ ਹੋਰ ਵੀ ਸੀਗਾ ਕਿ ਸਾਡੇ ਸਕੂਲ ਦੀ ਗਿੱਧਾ ਟੀਮ ਨੇ ਕਿਸੇ ਦੂਜੇ ਸਕੂਲ 'ਚ ਮੁਕਾਬਲੇ ਲਈ ਜਾਣਾ ਸੀ। ਜੀ ਜੀ। ਤੇ ਦੋ ਮੈਨੂੰ ਖੁਸ਼ੀਆਂ ਲੱਗਦੀਆਂ ਸੀ ਉਸ ਵੇਲੇ ਵੀ ਇੱਕ ਤਾਂ ਗਿੱਧੇ ਲਈ ਵੀ ਨਵਾਂ ਸੂਟ ਮਿਲਣਾ ਹੈ ਤੇ ਜਨਮ ਦਿਨ ਦੇ ਵੀ ਨਵੇਂ ਤੋਹਫੇ ਮਿਲਣੇ ਆ। ਜੀ ਜੀ। ਪਰ ਜਿੰਨੀ ਖੁਸ਼ੀ ਜ਼ਿਆਦਾ ਸੀਗੀ ਉਨੀ ਖੁਸ਼ੀ ਮੇਰੀ ਹੈ ਕਿ ਉਹ 31 ਅਕਤੂਬਰ ਸਵੇਰੇ ਹੋਣ ਤੋਂ ਬਾਅਦ, ਹੌਲੀ ਹੌਲੀ ਦਿਨ ਚੜ੍ਹਨ ਤੋਂ ਬਾਅਦ ਉਹ ਸੋਗ ਵਿੱਚ ਜਾਂਦੀ ਚਲੀ ਗਈ। ਕਿਉਂਕਿ ਜਦੋਂ ਇੱਕਦਮ ਇਹ ਖਬਰ ਸੁਣੀ ਕਿ ਇੰਦਰਾ ਗਾਂਧੀ ਨੂੰ ਤੇ 2 ਸਿੱਖ ਬਾਡੀਗਾਰਡਸ ਨੇ ਮਾਰਤਾ, ਤੇ ਉਸ ਵੇਲੇ ਅਸੀਂ ਆਪਣੀ ਡੈਡੀ ਦੀ ਮੂੰਹ ਬੋਲੀ ਭੈਣ ਸੀਗੇ, ਦੁਲਾਰੀ ਭੂਆ ਅਸੀਂ ਕਹਿੰਦੇ ਸੀ, ਅਸੀਂ ਉਹਨਾਂ ਦੇ ਘਰ ਗਏ ਹੋਏ ਸੀਗੇ। ਅੱਛਾ। ਤੇ ਵੈਸੇ ਤਾਂ ਚਾਅ ਪਹਿਲਾਂ ਇਹ ਬਹੁਤ ਸੀਗਾ ਕਿ ਉਹਨਾਂ ਦੇ ਘਰ ਜਾਣਾ ਹੈ, ਵੀ ਖੂਬ ਪਾਰਟੀ ਕਰਾਂਗੇ, ਇੰਜੋਏ ਕਰਾਂਗੇ। ਬਟ ਉੱਥੇ ਜਾ ਕੇ ਭੂਆ ਜੀ ਦੀ ਨੂੰਹ ਸੀਗੇ ਜਿਹੜੇ, ਉਹਨਾਂ ਦੇ ਮਦਰ ਪੁਲਿਸ ਦੀ ਵੱਡੀ ਪੋਸਟ ਸੀਗੇ ਦਿੱਲੀ 'ਚ, ਇੰਦਰਾ ਗਾਂਧੀ ਨਿਵਾਸ ਦੇ ਨੇੜੇ। ਤਾਂ ਉਹਨਾਂ ਨੂੰ ਪਹਿਲਾਂ ਥੋੜਾ ਪਤਾ ਲੱਗ ਗਿਆ ਸੀਗਾ ਕਿ ਵੀ ਕੁਝ ਹੋ ਵੀ ਸਕਦਾ। ਤਾਂ ਉਹਨਾਂ ਨੇ ਪਹਿਲਾਂ ਤਾਕੀਦ ਕਰਤੀ ਸੀ ਵੀ ਤੁਸੀਂ ਬਾਹਰ ਨਾ ਨਿਕਲਿਓ ਤੇ ਘਰ ਦੇ ਵਿੱਚ ਹੀ ਰਹਿਣਾ। ਤਾਂ ਫਿਰ ਉਸ ਵੇਲੇ ਥੋੜਾ ਜਿਹਾ ਡਰ ਪੈਦਾ ਹੋ ਗਿਆ ਵੀ ਇਹੋ ਜਿਹਾ ਕੀ ਹੋਣ ਵਾਲਾ ਹੈ, ਵੀ ਜਿਸ ਕਰਕੇ ਉਹਨਾਂ ਨੇ ਸਾਨੂੰ ਘਰੋਂ ਬਾਹਰ ਨਿਕਲਣ ਨੂੰ ਮਨਾ ਕੀਤਾ। ਪਰ ਦਿਨ ਛਿਪਦੇ ਤੱਕ ਥੋੜਾ ਕਾਫੀ ਸਪਸ਼ਟ ਹੋ ਗਿਆ। ਜਿਵੇਂ ਨਾਰੇ ਲੱਗਦੇ ਸੀਗੇ, ਇੰਦਰਾ ਗਾਂਧੀ ਅਮਰ ਰਹੇ, ਸਿੱਖਾਂ ਦੇ ਵਿਰੁੱਧ ਨਾਰੇ ਲੱਗਦੇ ਸੀਗੇ, ਤਾਂ ਥੋੜਾ ਸਹਿਮ ਪੈ ਗਿਆ। ਉਹਨਾਂ ਭੂਆ ਦੇ ਘਰ, ਦੁਲਾਰੀ ਭੂਆ ਦੇ ਘਰ ਹੀ ਸੌ ਉਸ ਵੇਲੇ? ਹਾਂਜੀ, ਅਸੀਂ ਫਿਰ 3 ਦਿਨ ਭੂਆ ਜੀ ਦੇ ਘਰ ਰਹੇ। ਅੱਛਾ। ਕਿਉਂਕਿ ਕੋਈ ਹੋਰ ਸਾਡੇ ਕੋਲ ਸੋਰਸ ਨਹੀਂ ਸੀਗਾ ਕਿਤੇ ਜਾਣ ਦਾ। ਤੇ ਦੂਜੀ ਗੱਲ, ਕਿਉਂਕਿ ਸਿੱਖ ਕਤਲੇਆਮ ਉਸ ਵੇਲੇ ਸ਼ੁਰੂ ਹੋ ਚੁੱਕਿਆ ਸੀਗਾ ਅਗਲੇ ਦਿਨ,
ਜਿਸ ਕਰਕੇ ਫਿਰ ਭੂਆ ਜੀ ਨੇ ਸਾਨੂੰ ਆਉਣ ਵੀ ਨਹੀਂ ਦਿੱਤਾ, ਕਿਉਂਕਿ ਮੈਂ, ਮੇਰੀ ਮਦਰ ਤੇ ਮੇਰੀ ਛੋਟੀ ਭੈਣ, ਅਸੀਂ ਤਿੰਨੋਂ ਹੀ ਸੀਗੇ ਜਿਹੜੇ ਉਸ ਵੇਲੇ ਸੀਗੇ। ਪਾਪਾ ਮੇਰੇ ਬਾਹਰ ਮਸਕਟ ਗਏ ਹੋਏ ਸੀਗੇ ਤੇ ਭਰਾ ਮੇਰਾ ਗਵਾਲੀਅਰ ਇੱਕ ਐਥਲੀਟ ਸੀਗਾ ਉਹ, ਤੇ ਉੱਥੇ ਤਾਇਆ ਜੀ ਰਹਿੰਦੇ ਆ ਮੇਰੇ ਗਵਾਲੀਅਰ, ਉਹਨਾਂ ਕੋਲ ਪੜਨ ਗਿਆ ਹੋਇਆ ਸੀ ਜੀ। ਤੇ ਤੁਸੀਂ 3 ਦਿਨ ਭੂਆ ਜੀ ਦੇ ਘਰ ਰਹੇ, ਤੇ ਕੀ ਉੱਥੇ ਤੁਹਾਨੂੰ ਕੋਈ ਖੌਫ ਨਹੀਂ ਹੋਇਆ? ਕਿਉਂਕਿ ਮਾਫ ਕਰਨਾ, ਇਹੋ ਜੀ ਗੱਲ ਕਰਨੀ ਨਹੀਂ ਬਣਦੀ, ਪਰ ਉਹ ਜਿਹੜਾ ਸਮਾਂ ਸੀ ਇੰਨਾ ਉਹ ਕਾਲਾ ਦੌਰ ਸੀ, ਕਿਉਂਕਿ ਤੁਸੀਂ ਸਰਦਾਰ ਪਰਿਵਾਰ ਵਿੱਚੋਂ, ਹਨਾ, ਤੇ ਤੁਸੀਂ ਆਪਣੀ ਹਿੰਦੂ ਭੂਆ ਦੇ ਘਰ ਗਏ ਹੋਏ ਸੀ, ਤੇ ਉੱਥੇ ਕਿਸੇ ਕਿਸਮ ਦਾ ਖੌਫ? ਬਿਲਕੁਲ। 31 ਅਕਤੂਬਰ ਵਾਲਾ ਦਿਨ ਤਾਂ ਚਲੋ ਲੰਘ ਗਿਆ, ਉਸ ਦਿਨ ਟੀਵੀ ਦੇਖਦੇ, ਖਬਰਾਂ ਸੁਣਦੇ, ਸਹਿਮੇ ਬੈਠੇ ਸੀ ਅਸੀਂ। ਪਰ 1 ਨਵੰਬਰ ਵਾਲੇ ਦਿਨ ਸਵੇਰੇ ਸਵੇਰੇ ਮੰਮੀ ਨੇ ਉਠਾ ਕੇ ਕਿਹਾ ਵੀ ਬਾਹਰੋਂ ਦੇਖੋ ਕਿੰਨੀਆਂ ਆਵਾਜ਼ਾਂ ਆਉਂਦੀਆਂ, ਵੀ ਉਠੋ। ਵੈਸੇ ਤਾਂ ਮੈਂ ਤੇ ਮੇਰੀ ਛੋਟੀ ਸਿਸਟਰ ਰਿਸ਼ਤਾ ਦੋਨੋਂ ਸੋ ਗਏ ਸੀਗੇ, ਪਰ ਮੰਮੀ ਕਿਤੇ ਸਾਰੀ ਰਾਤ ਸੋ ਨਹੀਂ ਪਾਏ। ਉਹਨਾਂ ਦੇ ਮਨ 'ਚ ਕੋਈ ਡਰ ਸੀਗਾ, ਕੋਈ ਭੈ ਸੀਗਾ, ਸ਼ਾਇਦ ਅਸੀਂ ਨਹੀਂ ਉਸ ਵੇਲੇ ਸਮਝ ਸਕੇ। ਜਦੋਂ ਰੌਲਾ ਥੋੜਾ ਨੇੜੇ ਆਉਂਦਾ ਰਿਹਾ ਤਾਂ ਅਸੀਂ ਸਾਰੇ ਛੱਤ ਤੇ ਚਲੇ ਗਏ, ਤੇ ਉੱਥੇ ਜਾ ਕੇ ਦੇਖਿਆ ਕਿ ਘੱਟੋ ਘੱਟ 200-300 ਲੋਕਾਂ ਦਾ ਬਹੁਤ ਵੱਡਾ ਹਜੂਮ ਸੀਗਾ, ਬਹੁਤ ਭੀੜ, ਜਿਨ੍ਹਾਂ ਦੇ ਸਾਰਿਆਂ ਦੇ ਹੱਥਾਂ ਵਿੱਚ ਰੌਡਸ, ਡੰਡੇ, ਸੋਟੇ, ਹਾਕੀਆਂ ਤੇ ਕੁਝ ਪਾਊਡਰ ਜਿਹਾ ਵੀ ਸੀਗਾ ਲਿਫਾਫਿਆਂ 'ਚ। ਬਾਅਦ ਵਿੱਚ ਪਤਾ ਲੱਗਿਆ ਕਿ ਉਹ ਚਿੱਟਾ ਇਹੋ ਜਿਹਾ ਪਾਊਡਰ ਸੀਗਾ ਕਿ ਜਿਹੜਾ ਉਹ ਕਿਤੇ ਵੀ ਬਿਲਡਿੰਗ ਤੇ ਜਾਂ ਕਿਤੇ ਸੁੱਟਦੇ ਸੀਗੇ ਤੇ ਉਹਦੇ ਨਾਲ ਅੱਗ ਲੱਗ ਜਾਂਦੀ ਸੀਗੀ। ਮਤਲਬ ਉਹ ਸਹਿਮ, ਉਹ ਡਰ ਜਿਹੜਾ ਉਸ ਵੇਲੇ ਉਸ ਭੀੜ ਨੂੰ ਦੇਖਿਆ, ਉਹ ਸਹਿਮ ਅੱਜ ਵੀ ਮੇਰੇ ਅੰਦਰ ਹੈ। ਮਤਲਬ ਕਿਤੇ ਜ਼ਿਆਦਾ ਭੀੜ ਦੇਖ ਲੈਂਦੀ ਹੈ ਤੇ ਮੈਨੂੰ ਘਬਰਾਹਟ ਹੋਣ ਲੱਗ ਜਾਂਦੀ ਹੈ। ਮੈਂ ਉਸ ਤੋਂ ਬਾਅਦ ਕਿਸੇ ਮੇਲਿਆਂ ਵਿੱਚ ਜਾਂ ਜਾ ਹੀ ਨਹੀਂ ਪਾਈ, ਕਿਉਂਕਿ ਉਹ ਡਰ ਹਲੇ ਤੱਕ ਵੀ ਮੇਰੇ ਮਨ ਦੇ ਅੰਦਰ ਕਿਤੇ ਬੈਠਿਆ ਹੋਇਆ। ਜਤਿੰਦਰ, ਉਹ ਦੌਰ ਸੀ ਕਿ ਜਿਹੜੇ ਹਿੰਦੂ ਭਰਾਵਾਂ ਨੇ ਜਾਂ ਹੋਰ ਮਜ਼ਹਬਾਂ ਵਾਲਿਆਂ ਨੇ, ਹੋਰ ਧਰਮਾਂ ਵਾਲਿਆਂ ਨੇ, ਜਿਨ੍ਹਾਂ ਨੇ ਵੀ ਸਿੱਖਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤੇ ਜੇ ਉਹ ਬਹੁਤ ਜ਼ਿਆਦਾ ਤਕੜੇ ਨਹੀਂ ਸਨ ਤਾਂ ਇਹ ਹਿੰਸਕ ਭੀੜ ਉਹਨਾਂ ਦੇ ਘਰਾਂ ਵਿੱਚ ਵੜ ਕੇ ਵੀ ਉਹਨਾਂ ਲੋਕਾਂ ਨੂੰ ਕੱਢ ਕੇ ਬਾਹਰ ਮਾਰਦੀ ਰਹੀ ਹੈ। ਇਹੋ ਜਿਹੀਆਂ ਘਟਨਾਵਾਂ ਵੀ ਵਾਪਰੀਆਂ ਸਨ। ਕੀ ਤੁਹਾਡੀ ਭੂਆ ਜੀ ਦੇ ਘਰ ਵਾਲਿਆਂ ਨੂੰ, ਘਰਦਿਆਂ ਨੂੰ ਕੋਈ ਵਾਰਨਿੰਗ ਇਹੋ ਜਿਹੀ ਲੋਕਾਂ ਨੇ, ਇਕੱਠ ਨੇ, ਭੀੜ ਨੇ ਦਿੱਤੀ? ਨਹੀਂ ਡਰਾਇਆ ਇਹੋ ਜੀ ਗੱਲ? ਨਹੀਂ, ਭੂਆ ਜੀ ਹਰਾਂ ਨੂੰ ਤਾਂ ਨਹੀਂ, ਕਿਉਂਕਿ ਦਰਅਸਲ ਸਾਡੇ ਨਾਲ ਕੋਈ ਸਿੱਖ ਬੰਦਾ ਨਹੀਂ ਸੀਗਾ ਜਿਹੜਾ ਉਹਨਾਂ ਨੂੰ ਦੇਖ ਕੇ ਪਤਾ ਲੱਗਦਾ ਕਿ ਇਹ ਸਰਦਾਰ ਹੈ। ਤੇ ਅਸੀਂ ਤਿੰਨੋਂ ਹੀ ਜਣੇ ਸੀਗੇ। ਦੂਜਾ, ਭੂਆ ਜੀ ਹਰਾਂ ਦਾ ਬੜਾ ਚੰਗੇ ਰਸੂਖ ਵਾਲੇ, ਚੰਗੀ ਉਹਨਾਂ ਦੀ ਫੈਮਿਲੀ ਹੈ, ਪਰ ਆਪਣੇ ਆਪ ਨੂੰ ਸਾਨੂੰ ਡਰ ਤਾਂ ਜ਼ਰੂਰ ਲੱਗਿਆ, ਪਰ ਉਹਨਾਂ ਦੇ ਘਰ ਅਸੀਂ ਸੁਰੱਖਿਅਤ ਵੀ ਸੀਗੇ। ਭਾਵੇਂ ਕੁਝ ਲੋਕੀ ਉਹਨਾਂ ਦੇ ਘਰ ਆ ਕੇ, ਕੁਝ ਉਹਨਾਂ ਦੇ ਰਿਸ਼ਤੇਦਾਰ ਜਾਂ ਗਲੀ ਮੁਹੱਲੇ ਵਾਲੇ ਆ ਕੇ ਸਿੱਖਾਂ ਦੇ ਵਿਰੋਧ 'ਚ ਗੱਲਾਂ ਬਹੁਤ ਕਰਦੇ ਸੀਗੇ, ਤਾਂ ਉਹਨਾਂ ਨੂੰ ਦੇਖ ਕੇ ਸਾਨੂੰ ਡਰ ਵੀ ਬਹੁਤ ਲੱਗਿਆ। ਪਰ ਕਿਤੇ ਇਹ ਵੀ ਸੀਗਾ ਕਿ ਅਸੀਂ ਭੂਆ ਜੀ ਦੇ ਘਰ ਹੈ, ਵੀ ਇੱਥੇ ਸਾਨੂੰ ਕੁਝ ਹੋਣ ਨਹੀਂ ਲੱਗਿਆ। ਮਤਲਬ ਮਨ 'ਚ ਦੁਚਿੱਤੀ ਜੀ ਸੀਗੀ। ਇੱਕ ਪਾਸੇ ਅਸੀਂ ਬਹੁਤ ਖੌਫ ਵੀ ਖਾ ਰਹੇ ਸੀਗੇ, ਪਰ ਦੂਜੇ ਪਾਸੇ ਕਿਤੇ ਸੁਰੱਖਿਅਤ ਵੀ ਸੀਗੇ ਵੀ ਇੱਥੇ ਸਾਨੂੰ ਕੁਝ ਨਹੀਂ ਹੋ ਸਕਦਾ। ਜਤਿੰਦਰ ਜੀ, ਤੁਸੀਂ ਆਪਣੀ ਭੂਆ ਦੇ ਘਰ ਰਹੇ, ਹਨਾ, ਤੁਹਾਡੇ ਛੋਟੀ ਭੈਣ ਤੇ ਮਦਰ ਤੁਹਾਡੇ ਨਾਲ ਸਨ, ਤੇ ਕੀ ਤੁਸੀਂ ਇਹ ਮੰਨਦੇ ਹੋ ਜੇ ਤੁਸੀਂ ਆਪਣੇ ਘਰ ਹੁੰਦੇ, ਜਿਹੜੀ ਲੋਕੈਲਿਟੀ ਵਿੱਚ ਤੁਸੀਂ ਰਹਿੰਦੇ ਸੀ, ਤੇ ਹੋ ਸਕਦਾ ਹੈ ਤੁਹਾਨੂੰ ਸਿੱਧੀ ਹਿੰਸਾ, ਸਰੀਰਕ ਹਿੰਸਾ ਝੱਲਣੀ ਪੈਂਦੀ? ਹਾਂ, ਹੋ ਸਕਦਾ ਹੈ, ਕਿਉਂਕਿ ਭੂਆ ਜੀ ਦੇ ਘਰ ਅਸੀਂ ਸੁਰੱਖਿਅਤ ਵੀ ਸੀਗੇ ਜੀ। ਕਿਉਂਕਿ ਇਸ ਗੱਲ ਦਾ ਸਾਨੂੰ ਉਸ ਵੇਲੇ ਸੋਚ ਕੇ ਭੈ ਲੱਗਦਾ ਜਦੋਂ ਅਸੀਂ 4-5 ਦਿਨਾਂ ਬਾਅਦ ਭੂਆ ਜੀ ਦੇ ਘਰੋਂ ਵਾਪਸ ਆਏ ਆਪਣੇ ਘਰ, ਤਾਂ ਉਸ ਵੇਲੇ ਸਾਡੇ ਆਂਢੀ ਗੁਆਂਢੀ ਜਿਹੜੇ ਵੀ ਇਕੱਠੇ ਹੋਏ, ਤਾਂ ਉਹਨਾਂ ਨੇ ਇਹ ਕਿਹਾ ਕਿ ਅਸੀਂ ਤਾਂ ਸੋਚ ਲਿਆ ਸੀਗਾ ਕਿ ਤੁਹਾਨੂੰ ਤਿੰਨਾਂ ਨੂੰ ਮਾਰ ਦਿੱਤਾ ਹੋਊਗਾ, ਵੀ ਤੁਸੀਂ ਤਿੰਨੋਂ ਮਰ ਚੁੱਕੇ ਹੋਗੇ, ਤਾਂ ਹੀ 3-4 ਦਿਨ ਤੋਂ ਤੁਸੀਂ ਆਏ ਨਹੀਂ। ਤੇ ਉਹ ਸੋਚ ਰਹੇ ਸੀਗੇ ਕਿ ਜੇ ਅੱਜ ਸ਼ਾਮ ਤੱਕ ਵੀ ਅਸੀਂ ਨਾ ਪਹੁੰਚਦੇ ਤਾਂ ਉਹ ਸਾਡੇ ਤਾਲਾ ਤੋੜ ਕੇ ਸਾਰਾ ਸਮਾਨ ਆਪਸ 'ਚ ਵੰਡ ਲੈਂਦੇ। ਤਾਂ ਹੋ ਸਕਦਾ ਹੈ ਕਿ ਜੇ ਅਸੀਂ ਉੱਥੇ ਹੁੰਦੇ ਤਾਂ, ਕਿਉਂਕਿ ਮੈਂ, ਮੇਰੀ ਛੋਟੀ ਸਿਸਟਰ ਤੇ ਮੰਮੀ, ਅਸੀਂ ਤਿੰਨੋਂ ਹੀ ਸੀਗੇ, ਤਾਂ ਸਾਡੇ ਨਾਲ ਕੁਝ ਇਹੋ ਜਿਹਾ ਮਾੜਾ ਵੀ ਵਾਪਰ ਸਕਦਾ ਸੀਗਾ। ਤੇ ਉਸ ਲੋਕੈਲਿਟੀ ਵਿੱਚ ਤੁਹਾਡੇ ਰਿਸ਼ਤੇਦਾਰ ਨੇੜਲੇ, ਚਾਚੇ ਤਾਏ ਜਾਂ ਹੋਰ ਵੀ ਰਹਿੰਦੇ ਸੀ ਨੇ? ਹਾਂਜੀ, ਥੋੜੀ ਦੂਰ, ਮਤਲਬ ਸੇਮ ਮਾਡਲ ਟਾਊਨ 'ਚ ਨਹੀਂ, ਪਰ ਇਹ ਕਿਉਂਕਿ ਡੈਡੀ ਹਰਾਂ 4-5 ਭਰਾ ਸੀਗੇ, ਉਹਨਾਂ ਚਾਰਾਂ ਦਾ ਹੀ, ਉਹਨਾਂ ਸਾਰਿਆਂ ਦੇ ਆਲੇ ਦੁਆਲੇ ਜਿਹੜੇ ਵੀ ਬ੍ਰਦਰ ਸੀਗੇ ਉਹ ਰਹਿੰਦੇ ਸੀਗੇ ਸਾਰੇ ਨੇੜੇ। ਤੁਸੀਂ 4 ਦਿਨਾਂ ਬਾਅਦ ਆਏ ਤੇ ਫਿਰ ਉੱਥੇ ਹੀ ਰਹੇ? ਹਾਂ, 4 ਦਿਨ ਅਸੀਂ ਭੂਆ ਜੀ ਦੇ ਘਰ ਹੀ ਰਹੇ। ਨਹੀਂ, 4 ਦਿਨਾਂ ਤੋਂ ਬਾਅਦ, ਉਸ ਤੋਂ ਬਾਅਦ ਜਦੋਂ ਆਪਣੇ ਘਰ ਆਏ ਫਿਰ ਆਪਣੇ ਘਰ ਰਹੇ? ਵੈਸੇ ਅਸੀਂ ਕੀ ਕਰਦੇ ਸੀਗੇ ਕਿ ਆਪਣੇ ਘਰ ਵੀ ਵੈਸੇ ਸਾਨੂੰ ਬਹੁਤ ਡਰ ਲੱਗਦਾ ਸੀਗਾ।
ਮੰਮੀ ਦਾ ਵੀ ਹਾਲ ਇਹ ਹੋ ਗਿਆ ਸੀਗਾ ਕਿ ਜੇ ਉਹਨਾਂ ਨੇ ਕਿਤੇ ਜਾਣਾ ਵੀ ਹੁੰਦਾ ਸੀਗਾ, ਨਾ ਤਾਂ ਉਹ ਸਾਨੂੰ ਨਾਲ ਲਿਜਾਣਾ ਚਾਹੁੰਦੇ ਸੀਗੇ, ਨਾ ਹੀ ਉਹ ਸਾਨੂੰ ਛੱਡ ਕੇ ਜਾਣਾ ਚਾਹੁੰਦੇ ਸੀਗੇ। ਉਹ ਡਰਦੇ ਵੀ ਸੀਗੇ ਕਿ ਦੋਨੋਂ ਕੁੜੀਆਂ ਇਕੱਲੀਆਂ ਘਰ। ਫਿਰ ਸਾਡੇ ਮਾਡਲ ਟਾਊਨ ਦੇ ਨੇੜੇ ਹੀ ਮੇਰੇ ਤਾਇਆ ਜੀ ਦਾ ਬੇਟਾ ਹੈ ਤੇ ਰੇਸ਼ਮ ਨਗਰੀ, ਉਹ ਉੱਥੇ ਰਹਿੰਦੇ ਸੀਗੇ ਤਾਂ ਬੜਾ ਸੁਰੱਖਿਅਤ ਇਲਾਕਾ ਹੈ, ਕਿਉਂਕਿ ਜਦੋਂ ਸਾਰਾ ਕਤਲੇਆਮ ਹੋਇਆ ਤਾਂ ਉਹਨਾਂ ਸਾਰੇ ਮੁਹੱਲੇ ਦੇ ਲੋਕਾਂ ਨੇ ਇਕਜੁੱਟ ਹੋ ਕੇ ਰਾਹ ਬੰਦ ਕਰਤੇ ਤੇ ਉਹਨਾਂ ਨੇ ਮਿਲ ਕੇ ਜਿਹੜੇ ਮੌਬ ਆਏ ਉਹਨਾਂ ਦਾ ਸਾਹਮਣਾ ਕੀਤਾ ਤੇ ਉਹ ਸਾਰੇ ਥਾਂ ਬੜੀ ਸੁਰੱਖਿਅਤ ਸੀਗੀ ਤੇ ਮੰਮੀ ਸਾਨੂੰ ਦਿਨ ਵਿੱਚ ਉਹਨਾਂ ਦੇ ਘਰ ਛੱਡ ਜਾਂਦੇ ਸੀਗੇ ਤਾਂ ਫਿਰ ਰਾਤ ਨੂੰ ਅਸੀਂ ਆਪਣੇ ਘਰ ਆ ਜਾਂਦੇ ਸੀਗੇ ਮੁੜ ਕੇ। ਉਹ ਫਿਰ ਜਿਹੜਾ ਉਹਨਾਂ ਨੇ ਸਾਹਮਣਾ ਕੀਤਾ ਲੋਕਾਂ ਨੇ ਰਲ ਕੇ, ਤੇ ਉਹਦੇ ਵਿੱਚ ਸਾਰੇ ਭਾਈਚਾਰੇ, ਸਾਰੀ ਕਮਿਊਨਿਟੀਜ਼ ਨਾਲ ਲੱਗੀਆਂ ਉਹਨਾਂ ਦੇ। ਮਤਲਬ ਆਲੇ ਦੁਆਲੇ ਜਿਹੜੀ ਵੀ ਹਿੰਦੂ ਫੈਮਿਲੀ ਸੀਗੀਆਂ ਜਾਂ ਮੁਸਲਿਮ ਸੀਗੇ, ਸਿੱਖ ਸੀਗੇ, ਉਹਨਾਂ ਸਾਰਿਆਂ ਨੇ ਮਿਲ ਕੇ ਜਿਹੜਾ ਹੈਗਾ ਕਿ ਗਰੁੱਪ ਬਣਾ ਲਏ ਤੇ ਗਰੁੱਪ ਬਣਾ ਕੇ ਉਹ ਰਾਤ ਨੂੰ ਪਹਿਰਾ ਦਿੰਦੇ ਤੇ ਔਰਤਾਂ ਜਿਹੜੀਆਂ ਉਹਨਾਂ ਨੇ ਘਰ ਦੇ ਛੱਤਾਂ ਤੇ ਵੱਟੇ ਤੇ ਕੱਚ ਦੀਆਂ ਬੋਤਲਾਂ ਇਹ ਸਾਰਾ ਸਮਾਨ ਰੱਖ ਲਿਆ। ਜਦੋਂ ਵੀ ਕੋਈ ਭੀੜ, ਕੋਈ ਮੌਬ ਆਂਦਾ ਤੇ ਉੱਤੋਂ ਬੱਚੇ ਤੇ ਲੇਡੀਜ਼ ਵੱਟੇ ਮਾਰਦੇ ਤੇ ਬਾਕੀ ਜਿਹੜੇ ਬੰਦੇ ਸੀਗੇ ਸਾਰੇ ਉਹਨਾਂ ਨੇ ਹੱਥਾਂ 'ਚ ਕਿਰਪਾਨਾਂ, ਡੰਡੇ ਤੇ ਜਿਨ੍ਹਾਂ ਕੋਲ ਰਾਈਫਲ ਜਾਂ ਪਿਸਟਲ ਸੀਗੇ ਉਹ ਵੀ ਲੈ ਕੇ ਖੜੇ ਹੁੰਦੇ ਸੀਗੇ ਤੇ ਜਿਸ ਡਰ ਦੇ ਮਾਰੇ ਕੋਈ ਵੀ ਉਸ ਮੁਹੱਲੇ ਦੇ ਨੇੜੇ ਤੇੜੇ ਵੀ ਨਹੀਂ ਘੁਸਕਿਆ ਤੇ ਉਹ ਬੜਾ ਸੁਰੱਖਿਅਤ ਰਹੇ ਸਾਰੇ, ਕਿਉਂਕਿ ਉਹ ਇਕਜੁੱਟ ਹੋ ਕੇ ਰਹੇ। ਉੱਥੇ ਹਿੰਦੂ ਸਿੱਖ ਇਹੋ ਜਿਹਾ ਕੋਈ ਮਸਲਾ ਨਹੀਂ ਸੀਗਾ, ਬੜੇ ਪਿਆਰ ਨਾਲ ਉਹਨਾਂ ਨੇ ਸਾਰਾ ਇੱਕ ਦੂਜੇ ਨਾਲ ਬਚਾਇਆ। ਤੇ ਜਤਿੰਦਰ, ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਜਦੋਂ ਤੁਸੀਂ ਆਪਣੀ ਭੂਆ ਜੀ ਦੇ ਘਰ ਸੀ ਜਾਂ ਜਦੋਂ ਤੁਸੀਂ ਆਪਣੇ ਮੁਹੱਲੇ ਵਿੱਚ ਵਾਪਸ ਆ ਗਏ, ਕੀ ਤੁਸੀਂ ਕਿਸੇ ਨੂੰ ਮਾਰੇ ਜਾਂਦੇ ਅੱਖੀਂ ਵੇਖਿਆ? ਨਹੀਂ, ਬਿਲਕੁਲ ਡਾਇਰੈਕਟਲੀ ਨਹੀਂ ਦੇਖਿਆ, ਪਰ ਜਦੋਂ ਅਸੀਂ ਭੂਆ ਜੀ ਦੇ ਘਰ ਸੀਗੇ ਤੇ ਉਹਨਾਂ ਦੇ ਇੱਕ ਗਲੀ ਛੱਡ ਕੇ ਹੀ 3 ਸਿੱਖਾਂ ਪਰਿਵਾਰ ਦੇ ਘਰ ਸੀਗੇ। ਉਹਨਾਂ ਦੀਆਂ ਚੀਕਾਂ, ਰੋਣ ਦੀਆਂ ਆਵਾਜ਼ਾਂ ਤੇ ਉਹਨਾਂ ਦੇ ਘਰੋਂ ਬਹੁਤ ਸ਼ੋਰ ਸ਼ਰਾਬਾ ਉਹ ਸੁਣਿਆ, ਜਿਹਨੂੰ ਸੁਣ ਕੇ ਅਸੀਂ ਡਰੇ। ਤੇ ਦੂਜਾ ਉਧਰ ਹੀ ਨੇੜੇ ਹੀ ਗੁਰਦੁਆਰਾ ਸੀਗਾ ਜਿਸ ਵਿੱਚ ਸਾਰੇ ਉਸ ਹਜੂਮ ਨੇ ਮਾਰਕਾਟ ਕੀਤੀ। ਪਰ ਵਧੀਆ ਗੱਲ ਇਹ ਰਹੀ ਕਿ ਬਾਬਾ ਜੀ ਦੀ ਭੀੜ, ਕੋਈ ਸਿੱਖ ਜਿਹੜਾ ਹੈਗਾ ਸੀ ਪ੍ਰੇਮੀ, ਉਹ ਪਹਿਲਾਂ ਹੀ ਉੱਥੋਂ ਲਿਜਾ ਚੁੱਕਿਆ ਸੀਗਾ। ਬਾਕੀ ਭੀੜ ਨੇ ਭਾਂਡੇ ਵੀ ਲੁੱਟ ਲਏ ਉੱਥੋਂ ਤੇ ਸਾਰਾ ਗੁਰਦੁਆਰਾ ਤਹਿਸ ਨਹਿਸ ਕਰਤਾ। ਤੇ ਜਿਹੜੇ ਮੈਂ 3 ਸਿੱਖ ਪਰਿਵਾਰਾਂ ਦੀ ਗੱਲ ਕਰਦੀ ਹਾਂ, ਉਹਨਾਂ ਦੇ ਘਰ ਦੇ ਬਜ਼ੁਰਗ, ਬੰਦੇ, ਬੱਚੇ, ਮੁੰਡੇ ਜਿਹੜੇ ਸੀਗੇ ਸਾਰਿਆਂ ਨੂੰ ਮਾਰਤਾ। ਸਿਰਫ ਔਰਤਾਂ ਬਰਲਾਪ ਕਰਦੀਆਂ ਬਾਹਰ ਸੜਕ ਤੇ ਰਹਿ ਗਈਆਂ, ਕਿਉਂਕਿ ਘਰ ਵੀ ਸੜਤੇ ਸੀ ਉਹਨਾਂ ਦੇ ਬਹੁਤ। ਅੱਛਾ ਜਤਿੰਦਰ, ਦਿੱਲੀ ਵਿੱਚ ਤੁਹਾਡੇ ਹੋਰ ਰਿਸ਼ਤੇਦਾਰਾਂ ਦਾ ਕੋਈ ਜਾਨੀ ਨੁਕਸਾਨ ਹੋਣੋਂ ਬਚਾ ਰਿਹਾ? ਕੁਝ ਜਿੱਥੇ ਵੀ ਸਾਰੇ ਇਕੱਠੇ ਹੋ ਗਏ ਉਹ ਤਾਂ ਬਚਾ ਰਿਹਾ, ਪਰ ਮੰਮੀ ਦੇ ਫੁੱਫੜ ਜੀ ਸੀਗੇ ਤੇ ਉਹਨਾਂ ਦਾ ਪੂਰਾ ਪਰਿਵਾਰ ਸੀਗਾ ਉੱਥੇ, ਪੂਰੀ ਨਾਂਗਲੋਈ ਵੱਲ ਰਹਿੰਦੇ ਸੀਗੇ ਉਹ, ਤੇ ਮੰਮੀ ਦੇ ਫੁੱਫੜ ਜੀ ਨੂੰ ਜਿਉਂਦੇ ਹੀ ਸਾੜਿਆ ਉਹਨਾਂ ਦੇ ਘਰ ਦੇ ਵਿਹੜੇ ਵਿੱਚ ਜੀ। ਤੇ ਉਹਨਾਂ ਦਾ ਭਤੀਜਾ ਸੀਗਾ, ਉਹਨੂੰ ਉੱਥੇ 16-17 ਸਾਲਾਂ ਦਾ ਸੀਗਾ, ਉਹਨੂੰ ਵੀ ਮਾਰਤਾ। ਤੇ ਮਾਮਾ ਜੀ ਸੀਗੇ, ਉਹਨਾਂ ਨੂੰ ਆਪਣੇ ਵੱਲੋਂ ਤਾਂ ਭੀੜ ਮਾਰ ਕੇ ਚਲੀ ਗਈ ਸੀ, ਪਰ ਮਾਸੀ ਸੀਗੇ, ਉਹਨਾਂ ਨੇ ਚੱਕ ਕੇ ਪਰਛੱਤੀ ਤੇ ਉਹਨਾਂ ਨੂੰ ਪਾ ਕੇ ਰਜਾਈਆਂ ਵਿੱਚ ਉਹ ਕਰਤਾ, ਹੋਤਾ, ਤਾਂ ਕਰਕੇ ਉਹਨਾਂ ਦੀ ਜਾਨ ਬਚ ਸਕੀ। ਉਹ ਦੋਨੋਂ ਮਾਰੇ ਗਏ, ਫੁੱਫੜ ਜੀ ਤੇ 16 ਸਾਲਾਂ ਦਾ ਪੱਪੂ ਜੀ। ਤੁਸੀਂ ਦੱਸ ਰਹੇ ਹੋ ਕਿ ਤੁਹਾਡਾ ਭਰਾ ਗਵਾਲੀਅਰ ਸੀ, ਪੜਦਾ ਸੀ ਗਵਾਲੀਅਰ ਰਿਸ਼ਤੇਦਾਰੀ ਵਿੱਚ, ਹੈ ਨਾ, ਤਾਇਆ ਜੀ ਹੋਰਾਂ ਕੋਲੇ ਰਹਿੰਦਾ ਸੀ। ਤੇ ਗਵਾਲੀਅਰ ਵਿੱਚ ਵੀ ਜਤਿੰਦਰ ਦੰਗੇ ਹੋਏ ਸੀ? ਹਾਂਜੀ, ਕਿਉਂਕਿ ਤਾਇਆ ਜੀ ਮੇਰੇ ਰੇਲਵੇ 'ਚ ਗਾਰਡ ਸੀਗੇ ਤਾਂ ਉਹਨਾਂ ਦਾ ਕੱਲਿਆਂ ਦਾ ਪਰਿਵਾਰ ਸੀਗਾ ਆਪਣੇ ਉਸ ਇਲਾਕੇ ਵਿੱਚ। ਤੇ ਜਦੋਂ ਭੀੜ ਆਈ ਤਾਂ ਉਹਨਾਂ ਨੇ, ਕਿਉਂਕਿ ਉੱਥੇ ਬੰਬ, ਰੇ ਕੱਟੇ ਵਗੈਰਾ ਇਹੋ ਜਿਹੀਆਂ ਚੀਜ਼ਾਂ ਆਮ ਮਿਲ ਜਾਂਦੀਆਂ, ਚੰਬਲ ਦਾ ਇਲਾਕਾ ਨੇੜੇ ਹੋਣ ਕਰਕੇ, ਤਾਂ ਉਹਨਾਂ ਨੇ ਨੁਕਸਾਨ ਬਹੁਤ ਪਹੁੰਚਾਇਆ। ਪਰ ਤਾਇਆ ਜੀ ਹਰਾਂ ਨਾਲ ਦੇ ਗਵਾਂਢੀਆਂ ਦੇ ਵਿਹੜੇ ਵਿੱਚ ਲੁਕੇ ਰਹੇ, ਜਿਸ ਕਰਕੇ ਉਹਨਾਂ ਦਾ ਬਚਾਅ ਹੋ ਗਿਆ। ਤੇ ਦੂਜਾ, ਉਹਨਾਂ ਦੇ ਘਰ ਦੇ ਸਾਹਮਣੇ ਹੀ ਮੰਦਿਰ ਸੀਗਾ, ਉਹਦੇ ਪੁਜਾਰੀ ਜੀ ਨੇ ਬਹੁਤ ਹੈਲਪ ਕੀਤੀ। ਉਹ ਜਦੋਂ ਵੀ ਭੀੜ ਕੋਈ ਆਉਂਦੀ ਸੀਗੀ ਤਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੰਦੇ ਸੀਗੇ ਵੀ ਇਹ ਚਲੇ ਗਏ ਇੱਥੋਂ, ਵੀ ਉਹ ਤਾਂ ਦਾਤਾ ਬੰਦੀ ਛੋੜ ਗੁਰਦੁਆਰੇ ਚਲੇ ਗਏ, ਕਿਉਂਕਿ ਉਸ ਇਲਾਕੇ ਦੇ ਜਿੰਨੇ ਵੀ ਸਿੱਖ ਪਰਿਵਾਰ ਸੀਗੇ ਜ਼ਿਆਦਾਤਰ ਉਹ ਸਾਰੇ ਉੱਪਰ ਪਹਾੜੀ ਤੇ ਦਾਤਾ ਬੰਦੀ ਛੋੜ ਗੁਰਦੁਆਰੇ ਚਲੇ ਗਏ, ਜਿੱਥੇ ਕਿ ਉਹਨਾਂ ਸਾਰਿਆਂ ਦਾ ਬਚਾਅ ਹੋ ਗਿਆ। ਅਦਰਵਾਈਜ਼ ਕੁਛ ਜਿਹੜੇ ਘਰ ਸੀਗੇ ਉਹਨਾਂ ਨੂੰ ਮਤਲਬ ਇਹੋ ਜਿਹੇ
ਭੀੜ ਦਾ ਜਿਹੜਾ ਹੈਗਾ ਸਾਹਮਣਾ ਕਰਨਾ ਪਿਆ। ਤੁਹਾਡਾ ਵੀਰ ਸੁਰੱਖਿਅਤ ਰਿਹਾ? ਉਹਨੂੰ ਕੋਈ ਹਿੰਸਾ ਦਾ ਸਾਹਮਣਾ ਕਰਨਾ ਪਿਆ ਜਾਂ ਉਹਨੂੰ ਉਹਦੇ ਅੰਦਰ ਕੋਈ ਡਰ ਪੈਦਾ ਇਹੋ ਜਿਹਾ ਹੋਇਆ ਹੋਵੇ ਭੀੜ ਦਾ? ਹਾਂਜੀ, ਵੀਰ ਦਰਅਸਲ ਕਿਉਂਕਿ ਸਟੇਡੀਅਮ 'ਚ ਪ੍ਰੈਕਟਿਸ ਲਈ ਜਾਂਦਾ ਸੀਗਾ, ਐਥਲੀਟ ਹੈਗਾ ਉਹ, ਤੇ ਜਿਸ ਵੇਲੇ 31 ਅਕਤੂਬਰ ਤਾਂ ਉਹਨਾਂ ਨੂੰ ਵੈਸੇ ਕੋਈ ਖਾਸ ਇਹੋ ਜਿਹੀ ਪਰੇਸ਼ਾਨੀ ਨਹੀਂ ਹੋਈ। 1 ਨਵੰਬਰ ਨੂੰ ਜਦੋਂ ਸਟੇਡੀਅਮ ਗਿਆ ਹੋਇਆ ਸੀਗਾ ਤੇ ਉੱਥੇ ਉਹਨੇ ਦੱਸਿਆ ਕਿ ਆਲੇ ਦੁਆਲੇ ਗਰੁੱਪ ਬਣੇ ਹੋਏ ਸੀਗੇ, ਜਿਨ੍ਹਾਂ ਨੂੰ ਦੇਖ ਕੇ ਵੀ ਉਹਨੂੰ ਸਮਝ ਨਹੀਂ ਸੀ ਆ ਰਿਹਾ ਵੀ ਹੋ ਕੀ ਰਿਹਾ। ਤੇ ਇੱਕ ਸਿੱਖ ਫੌਜੀ ਸੀਗਾ, ਉਹਨੇ ਉੱਥੇ ਦੱਸਿਆ ਵੀ ਇੰਦਰਾ ਗਾਂਧੀ ਨੂੰ ਮਾਰਨ ਕਰਕੇ ਵੀ ਹਾਲਾਤ ਖਰਾਬ ਹੈ, ਤੁਸੀਂ ਆਪਣੇ ਘਰ ਚਲੇ ਜਾਓ। ਤੇ ਵੀਰ ਕਿਉਂਕਿ ਸਾਈਕਲ ਤੇ ਸੀਗਾ, ਉਹ ਤਾਂ ਮਤਲਬ ਉਹਦਾ ਬਚਾਅ ਹੋ ਗਿਆ, ਪਰ ਉਹਦੇ ਨਾਲ 3 ਸਿੱਖ ਮੁੰਡੇ ਸੀਗੇ, ਉਹਦੇ ਦੋਸਤ ਸੀਗੇ, ਉਹ ਵਿਚਾਰੇ ਪੈਦਲ ਸੀਗੇ, ਤਾਂ ਭੀੜ ਨੇ ਉਹਨਾਂ ਨੂੰ ਮਾਰਤਾ। ਪਰ ਵੀਰ ਹੈ ਕਿ ਇੱਕ ਥਾਂ ਇਹੋ ਜਿਹੀ ਆਈ ਕਿ ਅੱਗੇ ਸਲੋਪੀ ਸੀਗੀ ਤੇ ਉਸ ਦੇ ਅੱਗੇ ਹੀ ਰੇਲਵੇ ਲਾਈਨ ਸੀ ਜੀ। ਵੀਰ ਨੂੰ ਇਹ ਡਿਸਾਈਡ ਕਰਨਾ ਸੀਗਾ ਕਿ ਉਹਨੇ ਟ੍ਰੇਨ ਦੇ ਥੱਲੇ ਆ ਕੇ ਮਰਨਾ ਹੈ ਜਾਂ ਭੀੜ ਹੱਥੋਂ ਮਰਨਾ ਹੈ। ਪਰ ਉਹਨੇ ਇਹ ਸੋਚਿਆ ਕਿ ਜੇ ਮਰਨਾ ਹੀ ਹੈ ਤਾਂ ਜੇ ਮੈਂ ਟ੍ਰੇਨ ਦੇ ਥੱਲੇ ਆ ਕੇ ਮਰ ਗਿਆ ਉਹ ਜ਼ਿਆਦਾ ਬੈਟਰ ਹੈ। ਪਰ ਕਿਸਮਤ ਚੰਗੀ ਕਹਿ ਲਓ ਕਿ ਜਿਵੇਂ ਹੀ ਉਹਨੇ ਰੇਲਵੇ ਲਾਈਨ ਕ੍ਰਾਸ ਕੀਤੀ ਤਾਂ ਟ੍ਰੇਨ ਆਣ ਕਰਕੇ ਭੀੜ ਹੈ ਜਿਹੜੀ ਉਹ ਪਿੱਛੇ ਰਹਿ ਗਈ ਤੇ ਵੀਰ ਜਿਹੜਾ ਉਦੋਂ ਡਿੱਗ ਤਾਂ ਗਿਆ ਟ੍ਰੇਨ ਦੇ ਬੜੀ ਤੇਜ਼ ਹਵਾ ਨਾਲ। ਪਰ ਇਹ ਕਿ ਉਹ ਜਾ ਕੇ ਘਰ 2 ਘੰਟੇ ਉਹਨੂੰ ਹੋਸ਼ ਨਹੀਂ ਆਇਆ, ਉਹ ਮੰਜੇ ਤੇ ਪਿਆ ਰਿਹਾ ਕਿਉਂਕਿ ਮੌਤ ਨੂੰ ਉਹਨੇ ਸਾਹਮਣੇੋਂ ਦੇਖਿਆ, ਬਿਲਕੁਲ ਨੇੜਿਓਂ ਦੇਖਿਆ ਸੀ। ਹਾਂ ਬਿਲਕੁਲ। ਤੇ ਦੂਜਾ ਉਹਦੇ ਨਾਲ ਦੇ ਤਿੰਨੋਂ ਜਿਹੜੇ ਉਹਦੇ ਇੰਨੇ ਵਧੀਆ ਦੋਸਤ ਸੀਗੇ, ਖਿਡਾਰੀ ਸੀਗੇ, ਉਹ ਤਿੰਨੋਂ ਮਾਰੇ ਗਏ ਉੱਥੇ ਜੀ। ਤੇ ਜਤਿੰਦਰ, ਉਹ ਭੂਆ ਜੀ ਜਿਨ੍ਹਾਂ ਦੇ ਘਰ ਤੁਸੀਂ ਉਹ ਖੌਫਨਾਕ 3-4 ਦਿਨ ਕੱਟੇ ਤੇ ਤੁਹਾਡੇ ਕਹਿਣ ਮੁਤਾਬਕ ਤੁਸੀਂ ਉੱਥੇ ਸੁਰੱਖਿਅਤ ਵੀ ਰਹੇ, ਪਰ ਤੁਸੀਂ ਉੱਥੇ ਉਹਨਾਂ ਦੇ ਘਰੇ ਰਿਸ਼ਤੇਦਾਰ ਆਉਂਦੇ ਜਿਹੜੇ ਸਿੱਖਾਂ ਦੇ ਖਿਲਾਫ ਬੋਲਦੇ ਸਨ ਜਾਂ ਇੰਦਰਾ ਗਾਂਧੀ ਦੇ ਮਾਰੇ ਜਾਣ ਦੇ ਵਰਤਾਰੇ ਦੇ ਖਿਲਾਫ ਬੋਲ ਰਹੇ ਸਨ ਤੇ ਸਿੱਖਾਂ ਨੂੰ ਜ਼ਿੰਮੇਵਾਰ ਕਰਾਰ ਦੇ ਰਹੇ ਸਨ ਇਹ ਸਾਰੇ ਕੁਝ ਲਈ, ਤੇ ਆਪਣਾ ਗੁੱਸਾ ਕੱਢ ਰਹੇ ਸਨ। ਤੇ ਤੁਸੀਂ ਦੱਸਿਆ ਕਿ ਤੁਹਾਡੀ ਭੂਆ ਜੀ ਦਾ ਨੌਕਰ ਵੀ ਸ਼ਾਮਲ ਹੋ ਗਿਆ ਸੀ ਲੁੱਟ ਵਿੱਚ। ਤੇ ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਪਹਿਲਾਂ ਤੁਹਾਡੀ ਭੂਆ ਜੀ ਨੇ ਸਾਂਭਿਆ ਹਨਾ, ਜੋ ਹਿੰਦੂ ਭੂਆ ਜੀ ਤੁਹਾਡੇ ਪਿਤਾ ਜੀ ਦੀ ਮੂੰਹ ਬੋਲੀ ਭੈਣ, ਤੇ ਦੂਜਾ ਤੁਸੀਂ ਦੱਸ ਰਹੇ ਹੋ ਕਿ ਇੱਕ ਮੁਹੱਲੇ ਵਿੱਚ ਤੁਹਾਡੇ ਰਿਸ਼ਤੇਦਾਰ ਇਸ ਕਰਕੇ ਬਚੇ ਕਿ ਉਹ ਸਾਰੇ ਮੁਹੱਲੇ ਵਾਲਿਆਂ ਨੇ, ਸਾਰੇ ਭਾਈਚਾਰਿਆਂ ਨੇ, ਮੁਸਲਮਾਨ ਹਿੰਦੂ ਸਾਰਿਆਂ ਨੇ ਰਲ ਕੇ ਇੱਕ ਮੋਰਚਾਬੰਦੀ ਕਰ ਲਈ ਇਲਾਕੇ ਦੀ ਆਪਣੇ ਦੀ, ਉਹ ਬਚਾਅ ਹੋ ਗਿਆ ਸਭ ਦਾ। ਤੇ ਫਿਰ ਤੁਸੀਂ ਉਹਨਾਂ ਦੀ ਪੁਜਾਰੀ, ਮੰਦਿਰ ਦੇ ਪੁਜਾਰੀ ਜੀ ਦੀ ਗੱਲ ਕੀਤੀ ਹੈ ਕਿ ਉਹਨਾਂ ਨੇ ਬਹੁਤ ਮਦਦ ਕੀਤੀ। ਤੇ ਹੁਣ ਜਦੋਂ ਇੰਨੀਆਂ ਘਟਨਾਵਾਂ, ਇੰਨੇ ਵਰੇ ਲੰਘ ਗਏ ਨੇ ਇਹਨਾਂ ਘਟਨਾਵਾਂ ਨੂੰ, ਬੇਸ਼ੱਕ ਧੁਰ ਅੰਦਰ ਕਿਤੇ ਜ਼ਖਮ ਪਏ ਨੇ, ਤੁਸੀਂ ਮੰਨਦੇ ਹੋ ਕਿ ਇਹ ਘਟਨਾਵਾਂ, ਮੰਨਦੇ ਤਾਂ ਨਹੀਂ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਕਿ ਭਾਈਚਾਰਿਆਂ ਨੂੰ ਕਿਸ ਤਰ੍ਹਾਂ ਜਿਉਣਾ ਚਾਹੀਦਾ ਹੈ? ਦਰਅਸਲ ਉਸ ਵੇਲੇ ਵੀ ਜੇ ਅਸੀਂ ਸਾਰੇ ਗੌਰ ਨਾਲ ਦੇਖੀਏ ਤਾਂ ਇਹ ਬਿਲਕੁਲ ਸਾਫ਼ ਤੇ ਸਪਸ਼ਟ ਨਜ਼ਰ ਆਉਂਦਾ ਹੈ ਕਿ ਉਸ ਵੇਲੇ ਜੇ ਮਾਰਨ ਵਾਲੇ ਕੁਝ ਲੋਕ ਸੀਗੇ ਪਰ ਬਚਾਉਣ ਵਾਲੇ ਵੀ ਸਾਡੇ ਆਲੇ ਦੁਆਲੇ ਦੇ ਹੀ ਸਾਡੇ ਆਂਢੀ ਗੁਆਂਢੀ ਸੀਗੇ। ਮਤਲਬ ਉਸ ਵੇਲੇ ਕੋਈ ਹਿੰਦੂ ਸਿੱਖ ਦਾ ਇਹੋ ਜਿਹਾ ਕਿਸੇ ਆਮ ਲੋਕਾਂ ਦਾ ਤਾਂ ਕੋਈ ਮਸਲਾ ਹੀ ਨਹੀਂ ਸੀਗਾ। ਇਹ ਸਾਰੀ ਇੱਕ ਰਾਜਨੀਤਿਕ ਪੱਧਰ ਤੇ ਇੱਕ ਸਾਜ਼ਿਸ਼ ਦਾ ਸ਼ਿਕਾਰ ਹੋਏ ਤਾਂ ਜਿਸ ਦੇ ਵਿੱਚ ਆਮ ਲੋਕੀ ਮਤਲਬ ਜਿਹੜੇ ਬੇਗੁਨਾਹ ਲੋਕ ਸੀਗੇ ਉਹ ਮਾਰੇ ਗਏ। ਮੈਨੂੰ ਲੱਗਦਾ ਹੈ ਕਿ ਆਮ ਤੁਸੀਂ ਜਿੱਥੇ ਵੀ ਦੇਖ ਲਓ ਕਿ ਪੂਰੇ ਦੇ ਜਿੱਥੇ ਵੀ ਦੰਗੇ ਹੋਏ ਆ, ਦੰਗੇ ਦਾ ਅਸੀਂ ਨਹੀਂ ਇਹ ਕਹਿ ਸਕਦੇ, ਕਤਲੇਆਮ ਹੋਏ ਆ, ਕਿਉਂਕਿ ਜਿੱਥੇ ਵੀ ਇਹ ਕਤਲੇਆਮ ਹੋਇਆ ਤੇ ਉੱਥੇ ਬਚਾਉਣ ਵਾਲੇ ਵੀ ਸਾਡੇ ਆਂਢੀ ਗੁਆਂਢੀ ਸੀਗੇ ਜਿਨ੍ਹਾਂ ਨੇ ਕੀ ਬਚਾਇਆ। ਭਾਵੇਂ ਕਈ ਥਾਵਾਂ ਤੇ ਤਾਂ ਉਹਨਾਂ ਨੂੰ ਵੀ ਟਾਰਗੇਟ ਕਰਕੇ ਮਾਰਿਆ ਗਿਆ, ਪਰ ਇਹ ਸਾਰਾ ਕੁਝ ਜਿਹੜਾ ਆਮ ਲੋਕਾਂ ਦਾ ਕਰਿਆ ਕੁਤਰਿਆ ਨਹੀਂ ਸੀਗਾ। ਇਹ ਇੱਕ ਸਾਜ਼ਿਸ਼ ਦੇ ਤਹਿਤ ਇੱਕ ਖਾਸ ਧਿਰ ਨੂੰ ਨਿਸ਼ਾਨਾ ਬਣਾ ਕੇ ਇਹ ਸਾਰਾ ਕੁਝ ਪਲਾਨਡ ਹੋਇਆ ਸੀਗਾ। ਹਾਂ, ਜਾਣੀ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸਿਆਸੀ ਪੁਸ਼ਤ ਪਨਾਹੀ ਸੀ, ਸਿਆਸੀ ਉਹਨਾਂ ਨੂੰ ਸਰਪ੍ਰਸਤੀ ਸੀ, ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਹਜੂਮ ਬਣਾ ਕੇ ਜੋ ਮਤਲਬ ਪਲਾਨਡ ਢੰਗ ਨਾਲ, ਸੰਗਠਿਤ ਢੰਗ ਨਾਲ ਹਿੰਸਾ ਕਰਨ ਲਈ ਤੁਰੇ ਸਨ। ਉਹਨਾਂ ਕੋਲੇ ਲੋਹੇ ਦੀਆਂ ਰਾਡਾਂ ਸਨ, ਉਹਨਾਂ ਕੋਲ ਤੇਲ ਸੀ, ਤੇਲ ਦੀਆਂ ਕੇਨੀਆਂ ਸਨ ਤੇ ਟਾਇਰ ਸਨ ਉਹਨਾਂ ਕੋਲੇ ਜਿਹੜੇ ਕਿ ਉਹਨਾਂ ਨੇ ਲੋਕਾਂ ਦੇ ਗਲਾਂ ਵਿੱਚ ਪਾ ਕੇ ਉਹਨਾਂ ਨੂੰ ਘਰਾਂ ਚੋਂ ਬਾਹਰ ਕੱਢ ਕੇ ਸਾੜਿਆ। ਤੇ ਤੁਸੀਂ ਅੱਜ ਕੀ ਸੋਚਦੇ ਹੋ? ਤੁਹਾਨੂੰ ਕਿਹਦੇ ਤੇ ਗਿਲ ਹੈ ਜਾਂ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਲੋਕਾਂ ਨੂੰ? ਦਰਅਸਲ ਇੰਨੇ ਸਾਲ ਹੋਣ ਤੋਂ ਬਾਅਦ ਵੀ ਜਦੋਂ ਵੀ ਵੈਸੇ ਦਿਨ ਆਉਂਦਾ ਹੈ ਮਨ ਉਦਾਸ ਬਹੁਤ ਹੁੰਦਾ ਹੈ, ਭਾਵੇਂ ਕਿ ਮੇਰਾ ਆਪਣਾ ਜਨਮ ਦਿਨ ਹੁੰਦਾ ਹੈ, ਪਰ ਉਹ ਜਨਮ ਦਿਨ ਦੀ ਖੁਸ਼ੀ ਕਿਤੇ
ਅੱਧੀ ਵੀ ਨਹੀਂ ਰਹਿੰਦੀ, ਕਿਉਂਕਿ ਜਦੋਂ ਇਸ ਦਿਨ ਹੀ ਉਹ ਸਾਰਾ ਕੁਝ ਯਾਦ ਆਉਂਦਾ ਹੈ, ਜਿੰਨੇ ਸਾਡੇ ਪਰਿਵਾਰ ਚੋਂ ਵਿਛੜੇ ਲੋਕ ਉਹ ਯਾਦ ਆਉਂਦੇ ਹੈ। ਪਰ ਫਿਰ ਵੀ ਜਿਵੇਂ ਕਿ ਸਾਡੇ ਸਿੱਖ ਗੁਰੂ ਸਾਹਿਬਾਨ ਦਾ ਉਪਦੇਸ਼ ਹੈ ਜਾਂ ਉਹਨਾਂ ਨੇ ਜੋ ਸਾਨੂੰ ਸਿਖਾਇਆ ਹੈ ਵੀ ਚਾਹੇ ਸਾਡੇ ਨਾਲ ਜਿਹੋ ਜਿਹਾ ਵੀ ਹੋਇਆ, ਫਿਰ ਵੀ ਮੈਂ ਇਹ ਕਹਾਂਗੀ ਕਿ ਅਸੀਂ ਤਾਂ ਸਿੱਖ ਜਿੰਨੇ ਵੀ ਨੇ, ਜਾਂ ਅਸੀਂ ਤਾਂ ਸਿਰਫ ਸਮਾਜ ਲਈ ਜਾਂ ਲੋਕਾਂ ਦੇ ਭਾਈਚਾਰੇ ਦੀ ਜਾਂ ਸਦਭਾਵਨਾ ਦੀ ਉਮੀਦ ਹੀ ਰੱਖਾਂਗੇ ਕਿ ਸਾਰੇ ਮਿਲ ਕੇ ਰਹੀਏ। ਤਾਂ ਜਿਹੜੀ ਵੀ ਸਿਆਸੀ ਜਿਹੜੀ ਗੰਦਗੀ ਹੈ ਉਸ ਤੋਂ ਪਰੇ ਹੋ ਕੇ ਆਪਸ ਵਿੱਚ ਇਕਜੁੱਟ ਹੋ ਕੇ ਪਿਆਰ ਮੁਹੱਬਤ ਨਾਲ ਰਹੀਏ। ਸਰਬ ਸਾਂਝੀਵਾਲਤਾ ਦਾ ਸਾਡਾ ਜਿਹੜਾ ਧਰਮ ਹੈ ਇਹੀ ਉਪਦੇਸ਼ ਦਿੰਦਾ ਹੈ, ਤੇ ਮੈਂ ਵੀ ਇਸੇ ਤੇ ਚੱਲਦੀ ਹੋਈ ਇੱਕ ਸ਼ਾਂਤੀ ਦੀ, ਇੱਕ ਪਿਆਰ ਦੀ ਇਹੀ ਉਮੀਦ ਰੱਖਦੀ ਹਾਂ ਕਿ ਸਾਰੇ ਮਿਲ ਜੁਲ ਕੇ ਰਹੀਏ। ਜਿੰਨੇ ਵੀ ਅੱਜ ਕੱਲ ਦੇ ਮਾਹੌਲ 'ਚ ਜੋ ਕੁਝ ਵੀ ਸਾਡੇ ਦੇਸ਼ 'ਚ ਆਲੇ ਦੁਆਲੇ ਹੋ ਰਿਹਾ, ਮੈਨੂੰ ਲੱਗਦਾ ਨਹੀਂ ਕਿ ਉਹ ਇੱਕ ਆਮ ਜਿਹੜੇ ਲੋਕੀ ਨੇ ਉਹਨਾਂ ਦੀ ਸੋਚ ਹੈ ਜਾਂ ਉਹ ਚਾਹੁੰਦੇ ਨੇ ਇੱਕ ਦੂਜੇ ਨਾਲ ਇਹੋ ਜਿਹਾ ਕਰਨਾ। ਇਹ ਤਾਂ ਸਿਆਸੀ ਚਾਲਾਂ ਨੇ, ਤੇ ਲੋਕਾਂ ਨੂੰ ਇਹਨਾਂ ਚਾਲਾਂ ਨੂੰ ਸਮਝਦੇ ਹੋਏ ਪਿਆਰ ਮੁਹੱਬਤ ਨਾਲ ਰਹਿਣਾ ਮੈਨੂੰ ਲੱਗਦਾ ਹੈ ਕਿ ਚਾਹੀਦਾ ਹੈਗਾ ਜੀ। ਜਿਸ ਤਰ੍ਹਾਂ ਸਿੱਖ ਕੌਮ ਹਰ ਰੋਜ਼ ਅਰਦਾਸ ਵੇਲੇ, 2 ਵੇਲੇ ਅਰਦਾਸ ਵੇਲੇ ਸਰਬੱਤ ਦਾ ਭਲਾ ਮੰਗਦੀ ਹੈ, ਕਿ ਤੁਸੀਂ ਸਹਿਮਤ ਹੋ ਇਹਦੇ ਨਾਲ? ਹਾਂ ਬਿਲਕੁਲ, ਸਰਬੱਤ ਦਾ ਭਲੇ ਨਾਲ ਹੀ ਅਸੀਂ ਅੱਗੇ ਵੱਧ ਸਕਦੇ ਹਾਂ, ਕਿਉਂਕਿ ਇਹ ਜੀ ਜਿਹੜੀ ਕੋਝੀ ਜਾਂ ਕਹੀਏ ਮਾੜੀ ਜਿਹੜੀਆਂ ਰਾਜਨੀਤੀ ਨੇ, ਇਸ ਤੋਂ ਦੂਰ ਹੋ ਕੇ ਸਰਬੱਤ ਦੇ ਭਲੇ ਨਾਲ ਹੀ ਅਸੀਂ ਅੱਗੇ ਚੱਲ ਸਕਦੇ ਹਾਂ। ਤੇ ਦੂਜੀ ਗੱਲ, ਜਦੋਂ ਤੱਕ ਅਸੀਂ ਦੂਜੇ ਧਿਰ ਨੂੰ ਮਾਫ ਕਰਨਾ ਨਹੀਂ ਸਿੱਖਦੇ, ਉਦੋਂ ਤੱਕ ਸਾਨੂੰ ਆਪਣੇ ਮਨ 'ਚੋਂ ਵੀ ਕਿਤੇ ਅੰਦਰੋਂ ਇੱਕ ਸ਼ਾਂਤੀ ਨਹੀਂ ਮਿਲਦੀ। ਤੇ ਜੇ ਅਸੀਂ ਆਪਣੀ ਸ਼ਾਂਤੀ ਤੇ ਆਲੇ ਦੁਆਲੇ ਸੁੱਖ ਮੰਗਦੇ ਹਾਂ, ਤੇ ਇਹਦੇ ਲਈ ਜ਼ਰੂਰੀ ਹੈ ਕਿ ਆਪਸ ਵਿੱਚ ਤੇ ਸਰਬੱਤ ਦੇ ਭਲੇ ਦੇ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਤੇ ਹੀ ਅੱਗੇ ਤੁਰੀਏ ਅਸੀਂ ਜੀ। ਸਰਬੱਤ ਦਾ ਭਲਾ ਤੇ ਸਭ ਨੂੰ ਮੁਆਫ ਕਰ ਦੇਣ ਦੀ ਦਲੇਰੀ, ਜੁਰਤ, ਇਹ ਹੋਣੀ ਜ਼ਰੂਰੀ ਹੈ। ਪਰ ਨਾਲ ਮੈਂ ਪੱਲਿਓਂ ਆਪਣੇ ਵੱਲੋਂ ਇਹੋ ਹੀ ਆਖਾਂਗੀ ਕਿ ਸਾਨੂੰ ਜਿਹੜੀ ਕੋਝੀ ਸਿਆਸਤ ਹੈ, ਜਿਹੜੇ ਵੈਸਟਡ ਇੰਟਰਸਟਸ ਨੇ, ਸਾਨੂੰ ਉਹਨਾਂ ਤੋਂ ਸਾਰਿਆਂ ਨੂੰ ਸੁਚੇਤ ਹੀ ਰਹਿਣਾ ਪਏਗਾ, ਸਾਰੇ ਭਾਈਚਾਰਿਆਂ ਨੂੰ, ਤਾਂ ਕਿ ਜਦੋਂ ਕਦੋਂ ਵੀ ਇਹਨਾਂ ਦਾ ਦਿਲ ਕਰਦਾ ਹੈ ਵੈਸਟਡ ਇੰਟਰਸਟਸ ਵਾਲਿਆਂ ਦਾ, ਉਹ ਲੜਾਉਣ ਦੀ ਕੋਸ਼ਿਸ਼ ਕਰਦੇ ਨੇ ਆਮ ਲੋਕਾਂ ਨੂੰ, ਭਾਈਚਾਰਿਆਂ ਨੂੰ। ਜਤਿੰਦਰ ਜੀ, ਤੁਸੀਂ 31 ਅਕਤੂਬਰ ਤੁਹਾਡੀ ਕਿਤਾਬ ਦੇ ਸਿਲਸਿਲੇ ਤੋਂ ਅੱਗੇ ਤੁਰੀ ਗੱਲ, ਅੱਜ ਤੁਸੀਂ ਸਾਡੇ ਨਾਲ ਟੀਵੀ ਪੰਜਾਬ ਦੇ ਦਰਸ਼ਕਾਂ ਦੇ ਰੂਬਰੂ ਹੋਏ, ਤੇ ਤੁਹਾਨੂੰ ਅਸੀਂ ਅੱਗੇ ਤੋਂ ਵੀ ਕਦੀ ਜਦੋਂ ਵੀ ਮੌਕਾ ਲੱਗੇਗਾ ਜ਼ਰੂਰ ਦੁਬਾਰੇ ਗੱਲਬਾਤ ਦਾ ਸਿਲਸਿਲਾ ਛੇੜਾਂਗੇ। ਅੱਜ ਲਈ ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।